ਗੁਰੂ ਪਿਆਰ ਵਾਲੀ ਸਾਧ ਸੰਗਤ ਜੀਓ, ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਸ਼ਬਦ ਵਿਚਾਰ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਦੀ ਵਿਚਾਰ ਲੜੀ ਦੇ ਵਿੱਚ ਆਪਸ ਵਿੱਚ ਸਾਂਝੀ ਕਰਦੇ ਆ ਰਹੇ ਹਾਂ। ਇਹ ਪ੍ਰੋਗਰਾਮ ਆਪਾਂ 400 ਸਾਲਾ ਜਨਮ ਸ਼ਤਾਬਦੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਕੀਤਾ ਹੋਇਆ ਹੈ। 2021 ਦੇ ਵਿੱਚ 400 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਵੱਖ-ਵੱਖ ਪ੍ਰੋਗਰਾਮ ਸਿੱਖ ਸੰਗਤਾਂ ਦੇ ਵੱਲੋਂ ਦੇਸ਼ ਵਿਦੇਸ਼ ਦੇ ਵਿੱਚ ਜਿੱਥੋਂ ਜਿੱਥੋਂ ਸਿੱਖ ਸੰਗਤ ਵਸਦੀ ਹੈ ਉੱਥੇ ਉੱਥੇ ਆਪੋ ਆਪਣੇ ਇਲਾਕਿਆਂ 'ਚ ਕੀਤੇ ਜਾਣੇ ਆ। ਅਤੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਜੋ ਪ੍ਰਾਪਤ ਹੁੰਦੀ ਉਸ ਦੀ ਵਿਚਾਰ ਇੱਕ ਲੜੀ ਦੇ ਤਹਿਤ ਆਪਸ ਵਿੱਚ ਸਾਂਝੀ ਕਰਦੇ ਆ ਰਹੇ ਹਾਂ। ਪਿਛਲੇ ਹਿੱਸੇ ਵਿੱਚ ਆਪ ਜੀ 11 ਨੰਬਰ ਸ਼ਬਦ ਤੱਕ ਵਿਚਾਰ ਨੂੰ ਸਰਵਣ ਕਰਕੇ ਆਏ ਹੋ। ਇਸ ਹਿੱਸੇ ਵਿੱਚ ਆਪਾਂ 12 ਨੰਬਰ ਸ਼ਬਦ ਤੋਂ ਵਿਚਾਰ ਨੂੰ ਆਰੰਭ ਕਰਨਾ ਹੈ। ਸੋ ਤੁਸੀਂ ਵੇਖ ਰਹੇ ਹੋ ਸਾਡਾ ਚੈਨਲ ਜਸਵਿੰਦਰ ਸਿੰਘ ਬਡਰੁੱਖਾਂ ਤੇ ਮੈਂ ਜਸਵਿੰਦਰ ਸਿੰਘ। ਆਓ ਫਤਿਹ ਦੀ ਸਾਂਝ ਆਪਸ ਵਿੱਚ ਪਾ ਕੇ ਆਪਾਂ ਵਿਚਾਰ ਆਰੰਭ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 12 ਨੰਬਰ ਸ਼ਬਦ ਦੇਵ ਗੰਧਾਰੀ ਦਾ ਦੂਜਾ ਸ਼ਬਦ ਹੈ, ਰਾਗ ਦੇਵ ਗੰਧਾਰੀ ਦਾ। ਤੇ ਜਿਵੇਂ ਲਿਖਿਆ ਹੋਇਆ ਇੱਕ ਵਾਰ ਆਪਾਂ ਮੂਲ ਪਾਠ ਕਰਦੇ ਹਾਂ, ਫਿਰ ਆਪਾਂ ਉਚਾਰਨ ਵਿਸ਼ਰਾਮਾਂ ਦੀ ਗੱਲ ਕਰਾਂਗੇ, ਉਪਰੰਤ ਆਪਾਂ ਸ਼ਬਦ ਦੀ ਵਿਚਾਰ ਸਮਝਣ ਦਾ ਯਤਨ ਕਰਾਂਗੇ। ਦੇਵ ਗੰਧਾਰੀ ਮਹਲਾ ਨਾਵਾਂ। ਸਭ ਕਿਛ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁਤ ਬੰਧਪ, ਅਰਫੁਨ ਗ੍ਰਹਿ ਕੀ ਨਾਰ ਰਹਾਓ। ਤਨ ਤੇ ਪ੍ਰਾਨ ਹੋਤ ਜਬ ਨਿਆਰੇ, ਟੇਰਤ ਪ੍ਰੇਤ ਪੁਕਾਰ, ਆਦ ਘਰੀ ਕੋਊ ਨਹ ਰਾਖੈ, ਘਰ ਤੇ ਦੇਤ ਨਿਕਾਰ। ਮ੍ਰਿਗ ਤ੍ਰਿਸ਼ਨਾ ਜਿਉ ਜਗ ਰਚਨਾ, ਯਹ ਦੇਖੋ ਹਿਰਦੈ ਵਿਚਾਰ, ਕਹੋ ਨਾਨਕ ਭਜ ਰਾਮ ਨਾਮ ਨਿਤ, ਜਾਤੇ ਹੋਤ ਉਧਾਰ। ਸੋ ਇਸ ਸ਼ਬਦ ਦਾ ਮੂਲ ਪਾਠ ਹੈ। ਇਸ ਵਿੱਚ ਜਿੱਥੇ ਜਿੱਥੇ ਵਿਸ਼ਰਾਮ ਲੱਗਣੇ ਹਨ ਆਪਾਂ ਉੱਥੇ ਉੱਥੇ ਗੱਲ ਕਰਦੇ ਹਾਂ। ਸਭ ਕੁਛ ਜੀਵਤ ਕੋ ਵਿਵਹਾਰ, ਇਵੇਂ ਹੀ ਪੜ੍ਹਨਾ। ਮਾਤ ਪਿਤਾ ਭਾਈ ਸੁਤ ਬੰਧਪ, ਮਾਤ ਪਿਤਾ ਅਰਧ ਵਿਸ਼ਰਾਮ ਦੇਣਾ ਇੱਥੇ, ਭਾਈ ਸੁਤ ਬੰਧਪ, ਬੰਧਪ ਦੇ ਉੱਪਰ ਪੂਰਨ ਵਿਸ਼ਰਾਮ ਦੇਣਾ। ਅਰਫੁਨ ਗ੍ਰਹਿ ਕੀ ਨਾਰ, ਇਹਨੂੰ ਗ੍ਰਹਿ ਨਹੀਂ ਕਹਿਣਾ, ਗ੍ਰਹਿ। ਗ੍ਰਹਿ ਦਾ ਅਰਥ ਹੁੰਦਾ ਘਰ। ਅਗਲੀ ਤੁਕ ਹੈ ਜੀ, ਤਨ ਤੇ ਪ੍ਰਾਨ ਹੋਤ ਜਬ ਨਿਆਰੇ, ਨਿਆਰੇ ਸ਼ਬਦ ਉੱਪਰ ਵਿਸ਼ਰਾਮ ਦੇਣਾ। ਟੇਰਤ ਪ੍ਰੇਤ ਪੁਕਾਰ, ਆਦ ਘਰੀ ਕੋਊ ਨਹ ਰਾਖੈ, ਰਾਖੈ ਉੱਪਰ ਵਿਸ਼ਰਾਮ ਦੇਣਾ। ਇਹਨੂੰ ਰਾਖੇ ਖੱਖੇ ਨੂੰ ਲਾਂ ਲਾ ਕੇ ਨਹੀਂ ਪੜ੍ਹਨਾ, ਖੱਖੇ ਨੂੰ ਦੁਲਾਵਾਂ ਲੱਗੀਆਂ ਹੋਈਆਂ, ਇਸ ਦਾ ਉਚਾਰਨ ਆਪਾਂ ਦੁਲਾਵਾ ਰੂਪ ਵਿੱਚ ਹੀ ਕਰਨਾ ਹੈ। ਆਦ ਘਰੀ ਕੋਊ ਨਹ ਰਾਖੈ, ਘਰ ਤੇ ਦੇਤ ਨਿਕਾਰ। ਮ੍ਰਿਗ ਤ੍ਰਿਸ਼ਨਾ ਜਿਉ ਜਗ ਰਚਨਾ ਯਹ, ਮ੍ਰਿਗ ਤ੍ਰਿਸ਼ਨਾ ਜਿਉ ਇੱਥੇ ਵਿਸ਼ਰਾਮ ਦੇ ਸਕਦੇ ਹੋ ਆਪ ਜੀ। ਜਗ ਰਚਨਾ ਯਹ ਇੱਥੇ ਵਿਸ਼ਰਾਮ ਦੇਣਾ ਹੀ ਦੇਣਾ ਹੈ। ਦੇਖੋ ਹਿਰਦੈ ਵਿਚਾਰ, ਕਹੋ ਨਾਨਕ ਵਿਸ਼ਰਾਮ, ਭਜ ਰਾਮ ਨਾਮ ਨਿਤ, ਵਿਸ਼ਰਾਮ ਜਾਤੇ ਹੋਤ ਉਧਾਰ। ਇਉਂ ਆਪ ਜੀ ਨੇ ਸ਼ਬਦ ਦਾ ਪਾਠ ਕਰਨਾ ਹੈ, ਵਿਸ਼ਰਾਮਾਂ ਦਾ ਖਿਆਲ ਰੱਖਣਾ ਹੈ। ਸੋ ਆਓ ਸ਼ਬਦ ਨੂੰ ਆਪਾਂ ਸਮਝਦੇ ਹਾਂ। ਗੁਰੂ ਤੇਗ ਬਹਾਦਰ ਜੀ ਇੱਥੋਂ ਸਾਨੂੰ ਜੋ ਸਿੱਖਿਆ ਦੇ ਰਹੇ ਨੇ, ਜੋ ਸਮਝ ਦੇ ਰਹੇ ਨੇ, ਜ਼ਿੰਦਗੀ ਦੀ ਇੱਕ ਅਟਲ ਸੱਚਾਈ, ਅਕਟ ਸੱਚਾਈ ਉਹ ਸਾਡੇ ਸਾਹਮਣੇ ਪੇਸ਼ ਕਰਦੇ ਨੇ, ਸਾਨੂੰ ਦੱਸਦੇ ਨੇ ਬਈ ਇੱਕ ਨਾ ਇੱਕ ਦਿਨ ਇਹ ਸਾਰਿਆਂ ਨਾਲ ਵਾਪਰਨਾ ਆ, ਸਾਰਿਆਂ ਦੇ ਨਾਲ ਹੋਣਾ ਆ। ਅਤੇ ਜੋ ਤੁਹਾਡੇ ਨਾਲ ਹੋਣਾ ਹੈ, ਜੋ ਵਾਪਰਨਾ ਹੈ, ਜਿਹਨੂੰ ਤੁਸੀਂ ਰੋਕ ਨਹੀਂ ਸਕਦੇ, ਉਸ ਦੇ ਲਈ ਤੁਸੀਂ ਆਪਣੀ ਉਵੇਂ ਦੀ ਤਿਆਰੀ ਕਰਕੇ ਰੱਖੋ। ਜਿਵੇਂ ਮੰਨ ਲਓ ਕਿਸੇ ਪਾਸਿਓਂ ਹੈ ਨਾ ਇੱਦਾਂ ਉੱਚੀ ਜਗ੍ਹਾ 'ਤੇ ਚੜ੍ਹ ਕੇ ਪਤਾ ਚੱਲ ਜਾਏ ਵੀ ਜਾਪਦਾ ਆ ਬੱਦਲ ਬਹੁਤ ਉੱਠਿਆ ਹੋਇਆ, ਤੇਜ਼ ਹਵਾਵਾਂ ਦਾ ਰੁੱਖ ਲੱਗਦਾ, ਹਨੇਰੀ ਆਉਣ ਵਾਲੀ ਹੈ। ਹੁਣ ਤੁਸੀਂ ਹਨੇਰੀ ਨੂੰ ਰੋਕ ਤਾਂ ਨਹੀਂ ਸਕਦੇ, ਕਿ ਰੋਕ ਸਕਦੇ ਆ? ਨਹੀਂ ਨਾ ਰੋਕ ਸਕਦੇ। ਪਰ ਹਾਂ, ਹਨੇਰੀ ਜਦ ਤੱਕ ਉਹ ਆਪਣਾ ਸਫ਼ਰ ਤੈਅ ਕਰਕੇ ਤੁਹਾਡੇ ਤੱਕ ਪਹੁੰਚਦੀ ਆ, ਉਦੋਂ ਤੱਕ ਤੁਸੀਂ ਆਪਣਾ ਬਚਾਅ ਜ਼ਰੂਰ ਕਰ ਸਕਦੇ ਹੋ। ਵੀ ਘਰ ਦੀਆਂ ਖਿੜਕੀਆਂ ਜੋ ਖੁੱਲ੍ਹੀਆਂ, ਦਰਵਾਜ਼ੇ ਉਹ ਬੰਦ ਕਰ ਲਓ, ਅਤੇ ਜੋ ਤੁਹਾਡਾ ਕੋਈ ਕੀਮਤੀ ਸਮਾਨ, ਕੋਈ ਚੀਜ਼ਾਂ ਖਾਣ ਪੀਣ ਵਾਲੀਆਂ ਵਸਤਾਂ ਬਾਹਰ ਪਈਆਂ ਨੇ ਉਹ ਤੁਸੀਂ ਸੰਭਾਲ ਲਓ, ਹੈ ਨਾ। ਕੋਈ ਵੀ ਚੀਜ਼ ਤੁਹਾਡੀ, ਕੋਈ ਟੇਬਲ ਆ, ਕੋਈ ਚੇਅਰ ਆ, ਕੋਈ ਐਸੀ ਚੀਜ਼ ਆ ਜੋ ਟੁੱਟਣ ਵਾਲੀ ਆ, ਉਹ ਤੁਹਾਡੀ ਬਾਹਰ ਪਈ ਹੋਈ ਘਰ ਤੋਂ, ਤੁਸੀਂ ਉਸ ਨੂੰ ਚੱਕ ਕੇ ਸੰਭਾਲ ਲਓ। ਕਿਉਂਕਿ ਹਨੇਰੀ ਉੱਪਰ ਤੁਹਾਡਾ ਕੋਈ ਵੱਸ ਨਹੀਂ ਆ, ਬਾਰਿਸ਼ ਉੱਪਰ ਤੁਹਾਡਾ ਕੋਈ ਵੱਸ ਨਹੀਂ ਆ। ਜੋ ਭਿੱਜਣ ਵਾਲੀਆਂ ਚੀਜ਼ਾਂ ਆ, ਕੀਮਤੀ ਆ, ਤੁਹਾਨੂੰ ਲੱਗਦਾ ਹੈ ਵੀ ਜ਼ਰੂਰੀ ਨੇ, ਤੁਸੀਂ ਚੁੱਕ ਕੇ ਉਹਨਾਂ ਨੂੰ ਛੱਤ ਥੱਲੇ ਰੱਖ ਕੇ ਸੰਭਾਲ ਕਰ ਸਕਦੇ ਹੋ। ਕਿਉਂਕਿ ਉਸ ਬਾਰਿਸ਼ ਨੂੰ ਤੇ ਹਨੇਰੀ ਨੂੰ ਰੋਕਿਆ ਨਹੀਂ ਜਾ ਸਕਦਾ, ਪਰ ਹਾਂ ਜਦ ਤੱਕ ਉਸਨੇ ਤੁਹਾਡੇ ਕੋਲ ਪਹੁੰਚਣਾ ਆ, ਉਦੋਂ ਤੱਕ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਕਰ ਲਓ।
ਜੇ ਸਿਆਣੇ ਹੋ ਤਾਂ ਆਪਣੇ ਬਚਾਅ ਦਾ ਪ੍ਰਬੰਧ ਪੂਰੇ ਰੂਪ ਦੇ ਵਿੱਚ ਉਸ ਨੂੰ ਕਰ ਲਿਆ ਜਾਵੇ। ਇਹੋ ਆਪਣੀ ਸਿਆਣਪ ਹੋਇਆ ਕਰਦੀ ਹੁੰਦੀ ਹੈ। ਸੋ ਗੁਰੂ ਤੇਗ ਬਹਾਦਰ ਜੀ ਇਸ ਸ਼ਬਦ ਵਿੱਚੋਂ ਵੀ ਇਹੋ ਸਮਝਾ ਰਹੇ ਨੇ ਬਈ ਇੱਕ ਨਾ ਇੱਕ ਦਿਨ ਸਰੀਰ ਦੇ ਉੱਪਰ ਅੰਤਲਾ ਸਮਾਂ ਤੇ ਆਉਣਾ ਹੀ ਆਉਣਾ ਹੈ। ਸਰੀਰ ਦਾ ਖਾਤਮਾ ਤੇ ਹੋਣਾ ਹੀ ਹੈ, ਇਹ ਤੇ ਤੈਅ ਆ। ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਕੰਗਾਲ ਹੈ, ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਗਰੀਬ ਹੈ, ਹਰ ਇੱਕ ਦੇ ਸਰੀਰ ਦਾ ਅੰਤ ਤੈਅ ਹੈ, ਅੰਤ ਹੋਣਾ ਹੈ। ਇਸ ਲਈ ਆਪਣੀ ਤਿਆਰੀ ਭਾਈ ਕਰ ਲਓ ਤੇ ਉਸ ਨੂੰ ਸਵੀਕਾਰ ਕਰਕੇ ਚੱਲੋ। ਜੋ ਹੋਣਾ ਹੈ, ਜੋ ਹੋ ਕੇ ਰਹੇਗਾ, ਉਸ ਦੀ ਤਿਆਰੀ ਵਿੱਚ ਲੱਗ ਜਾਓ। ਸੋ ਲਿਖਦੇ ਹਨ, ਸਭ ਕਿਛ ਜੀਵਤ ਕੋ ਵਿਵਹਾਰ। ਜਗਤ ਵਿੱਚ ਜੋ ਕੁਝ ਵੀ ਹੈ ਸਭ ਕੁਝ ਜਿਉਂਦੇ ਲੋਕਾਂ ਦਾ ਵਿਵਹਾਰ ਹੈ। ਵਿਵਹਾਰ ਦਾ ਅਰਥ ਹੁੰਦਾ ਹੈ ਵਰਤੋਂ ਵਿਵਹਾਰ, ਮਿਲਣ ਗਿਲਣ ਲੋਕਾਂ ਦਾ, ਆਪਸ ਵਿੱਚ ਗੱਲਾਂ ਬਾਤਾਂ ਕਰਨੀਆਂ, ਦੁਨੀਆ ਵਿੱਚ ਵਿਚਰਨਾ, ਸਾਡਾ ਸੁੱਖ ਦੁੱਖ ਨੂੰ ਮਾਨਣਾ, ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋਣਾ, ਹੈ ਨਾ। ਇਹ ਸਾਰੀਆਂ ਚੀਜ਼ਾਂ ਜੋ ਵੀ ਸਾਡਾ ਵਿਵਹਾਰ ਹੁੰਦਾ, ਕਿਰਤਕਾਰ ਕਰਨੀ, ਕਮਾਈ ਕਰਨੀ, ਇਹ ਸਭ ਵਿਵਹਾਰ ਦਾ ਹਿੱਸਾ ਆ ਜਾਂਦਾ ਆ। ਤੇ ਇਹ ਸਭ ਕੁਝ ਜਿਉਂਦੇ ਲੋਕਾਂ ਦਾ ਆ, ਇਹ ਮ੍ਰਿਤਕ ਲੋਕਾਂ ਦਾ ਵਿਵਹਾਰ ਨਹੀਂ ਆ। ਇੱਥੇ ਦੁਨੀਆ ਵਿੱਚ ਜਿਉਂਦੇ ਲੋਕਾਂ ਦਾ ਹੀ ਵਿਵਹਾਰ ਹੈ। ਮਾਤ ਪਿਤਾ ਭਾਈ ਸੁਤ ਬੰਧਪ, ਬੇਸ਼ੱਕ ਮਾਤਾ ਪਿਤਾ ਹਨ, ਬੇਸ਼ੱਕ ਭਰਾ ਹਨ, ਧੀਆਂ ਪੁੱਤਰ ਹਨ, ਬੇਸ਼ੱਕ ਬੰਧਪ ਰਿਸ਼ਤੇਦਾਰ ਹਨ, ਪੜੋਸੀ ਹਨ, ਅਰਫੁਨ ਗ੍ਰਹਿ ਕੀ ਨਾਰ, ਭਾਵੇਂ ਤੁਹਾਡੀ ਪਤਨੀ ਹੈ, ਭਾਵੇਂ ਤੁਹਾਡਾ ਪਤੀ ਹੈ, ਜਿੰਨੇ ਵੀ ਰਿਸ਼ਤੇ ਹਨ, ਜਿੰਨੇ ਵੀ ਸੰਬੰਧ ਹਨ, ਸਾਰਿਆਂ ਦਾ ਵਰਤੋਂ ਵਿਵਹਾਰ ਉਹ ਜਿਉਂਦੇ ਜੀਵਨ ਤੱਕ ਹੀ ਸੀਮਿਤ ਹੈ। ਜਦੋਂ ਜੀਵਨ ਦਾ ਖਾਤਮਾ ਹੁੰਦਾ, ਜੀਵਨ ਦਾ ਅੰਤ ਹੁੰਦਾ, ਤਦੋਂ ਫਿਰ ਸਾਡਾ ਵਰਤੋਂ ਵਿਵਹਾਰ ਵੀ ਨਾਲ ਹੀ ਖਤਮ ਹੋ ਜਾਇਆ ਕਰਦਾ ਹੁੰਦਾ। ਮੌਤ ਤੋਂ ਪਿੱਛੋਂ ਵਰਤੋਂ ਵਿਵਹਾਰ ਨਹੀਂ ਚੱਲਿਆ ਕਰਦਾ ਹੁੰਦਾ। ਹਾਂ, ਬਾਕੀ ਪਰਿਵਾਰਾਂ ਦੇ ਨਾਲ ਅਸੀਂ ਮਿਲਦੇ ਗਿਲਦੇ ਹਾਂ, ਅਸੀਂ ਸੁੱਖ ਦੁੱਖ 'ਚ ਸ਼ਾਮਿਲ ਹੁੰਦੇ ਹਾਂ, ਪਰ ਜੋ ਜਾ ਚੁੱਕਿਆ ਹੈ ਉਸ ਦੇ ਅੰਤ ਦੇ ਨਾਲ, ਉਸ ਦੀ ਮ੍ਰਿਤੂ ਦੇ ਨਾਲ ਹੀ ਜੋ ਉਸ ਦੇ ਨਾਲ ਵਰਤੋਂ ਵਿਵਹਾਰ ਸੀ ਉਹ ਵੀ ਮੁੱਕ ਜਾਇਆ ਕਰਦਾ ਹੈ। ਗੁਰੂ ਸਾਹਿਬ ਕਹਿੰਦੇ ਸੰਸਾਰ ਦੇ ਵਿੱਚ ਭਾਈ ਇਵੇਂ ਦਾ ਤੁਹਾਡਾ ਜੀਵਨ ਹੈ, ਇਹੋ ਅਟਲ ਸੱਚਾਈ ਹੈ, ਇਹੋ ਦੁਨੀਆ ਵਿੱਚ ਹੋ ਰਿਹਾ ਹੈ ਤੇ ਇਸ ਤੋਂ ਅੱਖਾਂ ਫੇਰੀਆਂ ਇਸ ਸੱਚਾਈ ਨੇ ਟਲ ਨਹੀਂ ਜਾਣਾ। ਜਿਵੇਂ ਇੱਕ ਉਹ ਕਹਾਣੀ ਸੁਣਾਉਂਦੇ ਹੁੰਦੇ ਆ ਬਈ ਇੱਕ ਬਿੱਲੀ ਬੈਠੀ ਹੈ ਤੇ ਇੱਕ ਕਬੂਤਰ ਬੈਠਾ, ਤੇ ਬਿੱਲੀ ਇੱਦਾਂ ਹੈ ਨਾ ਮਲਕ ਨੇ ਹੌਲੀ ਹੌਲੀ ਜਾ ਰਹੀ ਹੈ ਕਬੂਤਰ ਨੂੰ ਦਬੋਚਣ ਦੇ ਲਈ ਉਹਦੇ ਵੱਲ, ਤੇ ਕਬੂਤਰ ਉਸ ਨੂੰ ਵੇਖ ਕੇ ਉੱਡਣ ਦੀ ਬਜਾਏ, ਆਪਣਾ ਬਚਾਅ ਕਰਨ ਦੀ ਬਜਾਏ ਅੱਖਾਂ ਬੰਦ ਕਰ ਲੈਂਦਾ ਹੈ। ਤੇ ਅੱਖਾਂ ਬੰਦ ਕਰਕੇ ਇੱਦਾਂ ਬੇਫਿਕਰ ਹੋ ਜਾਂਦਾ ਹੈ ਵੀ ਲੈ ਹੁਣ ਮੈਂ ਬਿੱਲੀ ਨੂੰ ਨਹੀਂ ਦਿਖ ਰਿਹਾ, ਬਿੱਲੀ ਮੈਨੂੰ ਨਹੀਂ ਦਿਸ ਰਹੀ। ਪਰ ਉਸ ਨੂੰ ਭੁਲੇਖਾ ਹੁੰਦਾ ਆ ਵੀ ਅੱਖਾਂ ਉਸ ਦੀਆਂ ਆਪਣੀਆਂ ਬੰਦ ਨੇ, ਬਿੱਲੀ ਦੀਆਂ ਥੋੜ੍ਹੀ ਬੰਦ ਨੇ, ਉਹਨੂੰ ਤੇ ਤੂੰ ਦਿਸ ਰਿਹਾ ਆ ਨਾ। ਸੋ ਅੱਖਾਂ ਬੰਦ ਕਰਕੇ ਸਰ ਨਹੀਂ ਜਾਣਾ ਸਾਧ ਸੰਗਤ। ਅੱਖਾਂ ਬੰਦ ਕਰਕੇ ਜੋ ਮੁਸੀਬਤ ਆ, ਜੋ ਅੰਤਲਾ ਸਮਾਂ ਆ, ਉਹਨੇ ਟਲ ਨਹੀਂ ਜਾਣਾ। ਜੇਕਰ ਅਸੀਂ ਇਸ ਅੰਤਲੇ ਸਮੇਂ ਤੋਂ ਅੱਖਾਂ ਫੇਰ ਵੀ ਲਈਏ, ਇਹ ਵੀ ਆਖੀਏ ਵੀ ਨਹੀਂ ਕਾਹਦੇ ਲਈ ਚੇਤੇ ਕਰਨਾ ਆ ਮੌਤ ਨੂੰ, ਕਾਹਦੇ ਲਈ ਚੇਤੇ ਕਰਨਾ ਆ ਮਰਨ ਨੂੰ, ਤੇ ਇਹਦੇ ਨਾਲ ਉਹ ਟਲ ਥੋੜ੍ਹੀ ਜਾਣਾ, ਉਹ ਤੇ ਆਉਣਾ ਹੀ ਆਉਣਾ ਆ ਨਾ ਇੱਕ ਦਿਨ। ਇਸ ਲਈ ਉਸ ਦੀ ਤਿਆਰੀ ਵਿੱਚ ਲੱਗਿਆ ਜਾਵੇ, ਆਪਣਾ ਜੀਵਨ ਉਸ ਰੂਪ 'ਚ ਜੀਵਿਆ ਜਾਏ ਔਰ ਆਪਣੇ ਆਲੇ ਦੁਆਲੇ ਨੂੰ ਉਸ ਰੂਪ ਦੇ ਵਿੱਚ ਨਜਿੱਠਿਆ ਜਾਏ ਵੀ ਜਦੋਂ ਤੁਹਾਡੀ ਉੱਥੇ ਐਬਸੈਂਸ ਹੋਏਗੀ, ਗੈਰ ਹਾਜ਼ਰੀ ਹੋਏਗੀ, ਤਾਂ ਫਿਰ ਉੱਥੇ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਕਾਰਜ ਕਿਵੇਂ ਹੋਣਗੇ, ਉਹ ਜ਼ਿੰਮੇਵਾਰੀਆਂ ਕਿਵੇਂ ਚੁੱਕੀਆਂ ਜਾਣਗੀਆਂ। ਸੋ ਦੱਸਦੇ ਹਨ, ਤਨ ਤੇ ਪ੍ਰਾਨ ਹੋਤ ਜਬ ਨਿਆਰੇ, ਟੇਰਤ ਪ੍ਰੇਤ ਪੁਕਾਰ। ਤਨ ਤੇ ਪ੍ਰਾਨ ਹੋਤ ਜਬ ਨਿਆਰੇ, ਜਦੋਂ ਤਨ ਤੋਂ ਸਰੀਰ ਤੋਂ ਪ੍ਰਾਣ ਨਿਆਰੇ ਹੋ ਜਾਂਦੇ ਹੈ। ਮੌਤ ਨੂੰ ਇੱਦਾਂ ਹੀ ਮੰਨਿਆ ਗਿਆ ਧਰਮ ਦੀ ਦੁਨੀਆ 'ਚ ਵੀ ਪ੍ਰਾਣਾਂ ਦਾ ਨਿਕਲ ਜਾਣਾ। ਦਰਅਸਲ ਮੌਤ ਤੇ ਮੌਤ ਆ, ਹੈ ਨਾ। ਮੌਤ ਤੋਂ ਪਿੱਛੋਂ ਕੀ ਹੁੰਦਾ ਹੈ, ਇਹ ਤੇ ਗੁਰੂ ਸਾਹਿਬ ਨੇ ਬਾਣੀ 'ਚ ਗੱਲ ਮੁਕਾ ਦਿੱਤੀ ਬਈ ਅਗਲੀ ਕਿਛ ਖਬਰ ਨਾ ਪਾਈ, ਰੋਵਣ ਹਾਰ ਪੇ ਊਠ ਸਿਧਾਈ, ਭਰਮ ਮੋਹ ਕੇ ਬੰਦੇ ਬੰਦ, ਸੁਪਨ ਭਇਆ ਪਖਲਾਏ ਅੰਧ। ਮਰਨ ਤੋਂ ਪਿੱਛੋਂ ਦੀਆਂ ਤੇ ਗੁਰੂ ਸਾਹਿਬ ਕਹਿੰਦੇ ਗੱਲਾਂ ਛੱਡ ਦਿਓ, ਉਹ ਤੇ ਤੁਸੀਂ ਗੱਲ ਮੁਕਾਓ। ਜਿਉਂਦੇ ਜੀ ਕੀ ਕਰਨਾ ਹੈ ਤੁਸੀਂ ਉਹ ਵੇਖੋ, ਅਗਲੀ ਕਿਛ ਖਬਰ ਨਾ ਪਾਈ, ਉਹ ਤੇ ਕੁਝ ਖਬਰ ਨਹੀਂ ਹੈ। ਸੋ ਦੱਸਦੇ ਹਨ ਇੱਥੇ ਹੁਣ, ਤਨ ਤੇ ਪ੍ਰਾਣ ਹੋਤ ਜਬ ਨਿਆਰੇ, ਵੀ ਜਦੋਂ ਤਨ ਤੋਂ ਸਰੀਰ ਤੋਂ ਪ੍ਰਾਣਾਂ ਨੇ ਨਿਆਰੇ ਹੋਣਾ ਆ, ਭਾਵ ਜਦੋਂ ਸਰੀਰ ਦਾ ਅੰਤ ਹੋਣਾ ਆ। ਟੇਰਤ ਪ੍ਰੇਤ ਪੁਕਾਰ, ਇਹਦੇ ਵੱਲ ਵੇਖਣਾ ਆ, ਸਰੀਰ ਵੱਲ ਸਾਰਿਆਂ ਨੇ, ਤੇ ਕੀ ਪੁਕਾਰਨਾ ਆ, ਪ੍ਰੇਤ। ਪ੍ਰੇਤ ਦਾ ਅਰਥ ਗੁਜ਼ਰ ਚੁੱਕਿਆ। ਪ੍ਰੇਤ ਸ਼ਬਦ ਆ ਜਿਹੜਾ ਸ਼ਾਬਦਿਕ ਪੱਖੋਂ ਇਹਨਾਂ ਦੀ ਆਪਣੀ ਇੱਕ ਕਿਸਮ ਆ, ਜਿੱਦਾਂ ਭੂਤ ਸ਼ਬਦ ਹੈ ਉਹਦੇ ਨਾਲ ਜੁੜਿਆ ਹੋਇਆ ਪ੍ਰੇਤ ਸ਼ਬਦ ਹੈ। ਭੂਤ ਹੁਣ ਇੱਕ ਸਮੇਂ ਦੀ ਸੰਗਿਆ ਹੈ, ਭੂਤਕਾਲ ਅਸੀਂ ਬੀਤੇ ਹੋਏ ਸਮੇਂ ਨੂੰ ਕਹਿ ਦਿੰਦੇ ਹਾਂ।
ਭਵਿੱਖਤ ਕਾਲ ਆਉਣ ਵਾਲੇ ਸਮੇਂ ਨੂੰ ਕਹਿ ਦਿੰਦੇ ਹਾਂ। ਵਰਤਮਾਨ ਕਾਲ ਜੋ ਆ ਹੁਣ ਚੱਲ ਰਿਹਾ ਹੈ, ਆਪਾਂ ਗੱਲਬਾਤ ਕਰ ਰਹੇ ਹਾਂ, ਇਸ ਸਮੇਂ ਨੂੰ ਵਰਤਮਾਨ ਕਾਲ ਆਪਾਂ ਕਹਿ ਸਕਦੇ ਹਾਂ। ਤੁਸੀਂ ਬੈਠੇ ਹੋ, ਸੁਣ ਰਹੇ ਹੋ, ਕਿਸੇ ਵੀ ਸਮੇਂ ਇਹ ਤੁਹਾਡਾ ਵਰਤਮਾਨ ਕਾਲ ਆ, ਹੈ ਨਾ। ਪਰ ਜਦੋਂ ਇਹ ਬੋਲਿਆ ਗਿਆ ਆ, ਉਹ ਹੁਣ ਤੱਕ ਜਦ ਤੱਕ ਤੁਸੀਂ ਸੁਣ ਰਹੇ ਹੋ ਉਦੋਂ ਤੱਕ ਇਹਨੇ ਭੂਤ ਕਾਲ ਬਣ ਜਾਣਾ ਆ। ਭਵਿੱਖਤ ਕਾਲ ਹੁੰਦਾ ਆ ਇੱਕ ਆਉਣ ਵਾਲਾ। ਸੋ ਭੂਤ ਤੋਂ ਭਾਵ ਬੀਤ ਚੁੱਕਿਆ, ਗੁਜ਼ਰ ਚੁੱਕਿਆ। ਪ੍ਰੇਤ ਸ਼ਬਦ ਵੀ ਕਿਉਂਕਿ ਭੂਤ ਸ਼ਬਦ ਦੇ ਹੀ ਪ੍ਰਜਾਤੀ ਵਿੱਚੋਂ ਆਉਂਦਾ ਆ, ਇਸ ਲਈ ਪ੍ਰੇਤ ਦਾ ਅਰਥ ਵੀ ਨਿਕਲੇਗਾ ਗੁਜ਼ਰ ਚੁੱਕਿਆ, ਬੀਤ ਚੁੱਕਿਆ। ਇਹੋ ਆਪਾਂ ਇਸ ਦੇ ਭਾਵ ਅਰਥ ਲੈ ਕੇ ਚੱਲਾਂਗੇ। ਬਾਕੀ ਗੁਰੂ ਸਾਹਿਬ ਭੂਤਾਂ ਪ੍ਰੇਤਾਂ ਇਤਿਆਦਿਕ ਦੀਆਂ ਗੱਲਾਂ ਵਿੱਚ ਸਾਨੂੰ ਇੱਥੇ ਨਹੀਂ ਪਾ ਰਹੇ, ਕਿਉਂਕਿ ਸਾਧ ਸੰਗਤ ਐਡਾ ਕੋਈ ਕਮਲਾ ਨਹੀਂ ਹੁੰਦਾ ਬਈ ਕੋਈ ਆਪਣੇ ਪਰਿਵਾਰ ਦੇ ਅਤੀ ਪਿਆਰੇ ਨੂੰ ਪ੍ਰੇਤ ਆਖੇ, ਭੂਤ ਆਖੇ। ਦੱਸੋ ਕਿਹਾ ਕਿਸੇ ਨੇ? ਘਰ 'ਚ ਕੋਈ ਤੁਹਾਡਾ ਬਜ਼ੁਰਗ ਚਲਾਣਾ ਕਰ ਜੇ, ਤੁਸੀਂ ਕਹਿੰਦੇ ਹੋ ਵੀ ਲੈ ਹੁਣੇ ਪ੍ਰੇਤ ਬਣ ਗਿਆ, ਕਹਿੰਦੇ ਹੋ? ਨਹੀਂ ਕਹਿੰਦੇ ਨਾ। ਬੜੇ ਅਦਬ ਸਤਿਕਾਰ ਨਾਲ ਇਸ਼ਨਾਨ ਕਰਾ ਕੇ ਤੇ ਫਿਰ ਅੰਤਮ ਕਿਰਿਆ ਕਰਮ ਕੀਤਾ ਜਾਂਦਾ ਆ, ਤੇ ਫਿਰ ਸਹਿਜ ਪਾਠ ਰੱਖਿਆ ਜਾਂਦਾ, ਤੇ ਫਿਰ ਉਹ ਜੋ ਹੈ ਭੋਗ ਪਾਇਆ ਜਾਂਦਾ ਹੈ, ਸਾਰਾ ਕੁਛ ਕੀਤਾ ਜਾਂਦਾ ਹੈ। ਤਸਵੀਰਾਂ ਸੰਭਾਲ ਕੇ ਰੱਖੀਆਂ ਜਾਂਦੀਆਂ ਨੇ, ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਨੇ। ਜਦੋਂ ਭੈਣ ਭਾਈ ਇਕੱਠੇ ਹੁੰਦੇ ਆ, ਕਹਿੰਦਾ ਕੋਈ ਪ੍ਰੇਤ ਨਹੀਂ। ਫਿਰ ਇੱਥੇ ਗੁਰੂ ਸਾਹਿਬ ਨੇ ਕਿਉਂ ਲਿਖਿਆ? ਗੁਰੂ ਸਾਹਿਬ ਕੇਵਲ ਤੇ ਕੇਵਲ ਸ਼ਾਬਦਿਕ ਬਣਤਰ ਪੱਖੋਂ ਲਿਖ ਰਹੇ ਨੇ, ਕਿਉਂਕਿ ਗੁਰਬਾਣੀ ਕਾਵਿ ਦੇ ਵਿੱਚ ਆ। ਸੋ ਕਾਵਿ ਦੇ ਵਿੱਚ ਕਈ ਵਾਰੀ ਸ਼ਬਦ ਐਸੇ ਵਰਤਣੇ ਪੈ ਜਾਂਦੇ ਹਨ ਜਿਹੜੇ ਤੁਕਾਂਤ ਮੇਲ ਜੋਲ ਬਣਾਈ ਰੱਖਣ ਵਿੱਚ ਸਹਾਈ ਹੁੰਦੇ ਹਨ। ਇਸ ਲਈ ਅਸੀਂ ਉਹਨਾਂ ਦੇ ਪ੍ਰਚਲਿਤ ਅਰਥਾਂ ਵੱਲ ਨਹੀਂ ਜਾਣਾ ਹੁੰਦਾ, ਅਸੀਂ ਉਹਨਾਂ ਦਾ ਉਹ ਅਰਥ ਲੈਣਾ ਹੁੰਦਾ ਹੈ ਜਿਸ ਭਾਵ ਦੇ ਵਿੱਚ ਉਸ ਨੂੰ ਗੁਰੂ ਸਾਹਿਬ ਨੇ ਵਰਤਿਆ ਹੋਇਆ ਹੁੰਦਾ ਹੈ। ਗੁਰਬਾਣੀ ਵਿੱਚ ਬੇਅੰਤ ਐਸੇ ਸ਼ਬਦ ਹਨ, ਜਿਵੇਂ ਰਾਮ ਸ਼ਬਦ ਆ। ਆਮ ਤੌਰ 'ਤੇ ਕਿਸੇ ਹਿੰਦੂ ਭਰਾ ਨੂੰ ਪੁੱਛੋਗੇ ਵੀ ਰਾਮ ਦਾ ਅਰਥ ਕੀ ਹੈ, ਉਹ ਕਹੇਗਾ ਰਾਮਚੰਦਰ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਰਾਮ ਸ਼ਬਦ ਬੇਅੰਤ ਵਾਰੀ ਆਇਆ ਹੈ। ਕਿ ਹਰ ਥਾਂ ਦੇ ਉੱਪਰ ਰਾਮ ਦਾ ਅਰਥ ਰਾਮਚੰਦਰ ਨਿਕਲੇਗਾ? ਨਹੀਂ ਨਿਕਲੇਗਾ। ਉਹ ਅਸੀਂ ਵੇਖਣਾ ਹੈ ਵੀ ਗੁਰੂ ਸਾਹਿਬ ਨੇ ਸ਼ਬਦ ਨੂੰ ਕਿਸ ਭਾਵ ਰੂਪ ਦੇ ਵਿੱਚ ਵਰਤਿਆ ਹੋਇਆ ਹੈ। ਇੱਦਾਂ ਹੀ ਇਸ ਤੁਕ ਦੇ ਵਿੱਚ ਇਹ ਪ੍ਰੇਤ ਸ਼ਬਦ ਹੈ। ਪ੍ਰੇਤ ਤੋਂ ਭਾਵ ਅਰਥ ਨਿਕਲੇਗਾ, ਭਾਵ ਅਰਥ, ਮੈਂ ਖਰੀ ਅਰਥ ਨਹੀਂ ਕਹਿ ਰਿਹਾ, ਭਾਵ ਅਰਥ ਨਿਕਲੇਗਾ ਬੀਤ ਚੁੱਕਿਆ, ਗੁਜ਼ਰ ਚੁੱਕਿਆ। ਟੇਰਤ ਪ੍ਰੇਤ ਪੁਕਾਰ। ਫਿਰ ਸਾਰਿਆਂ ਨੇ ਇਹ ਸਵੀਕਾਰ ਕਰ ਲੈਣਾ ਹੈ ਬਈ ਇਹ ਜਿਹੜਾ ਸਰੀਰ ਆ ਇਹ ਗੁਜ਼ਰ ਚੁੱਕਿਆ ਹੈ, ਇਹ ਬੀਤ ਚੁੱਕਿਆ ਹੈ, ਇਸ ਦਾ ਸਮਾਂ ਹੁਣ ਖਤਮ ਹੋ ਚੁੱਕਿਆ, ਮੁੱਕ ਚੁੱਕਿਆ ਹੈ। ਇਸ ਦਾ ਸੰਬੰਧ ਸਾਡੇ ਨਾਲ ਬਸ ਇੱਥੋਂ ਤੱਕ ਹੀ ਸੀ, ਜਿੰਨਾ ਵੀ ਸੀ ਚੰਗਾ ਸਫ਼ਰ ਸਾਡਾ ਇੱਥੋਂ ਤੱਕ ਰਿਹਾ। ਸੋ ਇਵੇਂ ਅੱਗੇ ਦੱਸਦੇ ਹਨ, ਆਦ ਘਰੀ ਕੋਊ ਨਹ ਰਾਖੈ, ਘਰ ਤੇ ਦੇਤ ਨਿਕਾਰ। ਹੁਣ ਤੇ ਚਲੋ ਮ੍ਰਿਤਕ ਸਰੀਰ ਨੂੰ ਸੰਭਾਲਣ ਦੇ ਲਈ ਉਹਨਾਂ ਦੇ ਉਪਕਰਨ ਸਾਇੰਸ ਨੇ, ਵਿਗਿਆਨ ਨੇ ਬਣਾ ਲਏ ਹੋਏ ਨੇ। ਫਰੀਜ਼ਰ ਬਣ ਚੁੱਕੇ ਹੈਗੇ ਨੇ, ਜਿਨ੍ਹਾਂ ਦੇ ਵਿੱਚ ਜੇਕਰ ਸੰਸਕਾਰ ਤੁਸੀਂ ਲੇਟ ਕਰਨਾ ਹੋਵੇ ਤੇ ਸਰੀਰ ਨੂੰ 1 ਦਿਨ, 2 ਦਿਨ, 3 ਦਿਨ, 4 ਦਿਨ ਸੰਭਾਲ ਕੇ ਰੱਖਿਆ ਜਾਂਦਾ ਆ। ਪਰ ਗੁਰੂ ਸਾਹਿਬ ਦੇ ਸਮੇਂ ਐਸਾ ਕੋਈ ਜਿਹੜਾ ਹੈਗਾ ਵਿਧੀ ਵਿਧਾਨ ਨਹੀਂ ਸੀ। ਇਸ ਲਈ ਜਦੋਂ ਮ੍ਰਿਤੂ ਹੁੰਦੀ ਸੀ ਤਾਂ ਥੋੜ੍ਹੇ ਸਮੇਂ ਦੇ ਵਿੱਚ ਹੀ ਤਨ ਨੂੰ ਸੰਸਕਾਰ ਦਿੱਤਾ ਜਾਂਦਾ ਸੀ ਜਾਂ ਦਫਨਾ ਦਿੱਤਾ ਜਾਂਦਾ ਸੀ। ਜੋ ਵੀ ਧਰਮ ਦੀਆਂ ਮਨੌਤਾਂ ਦੇ ਮੁਤਾਬਕ ਜਾਂ ਇਲਾਕੇ ਦੀ ਮਰਿਆਦਾ ਦੇ ਮੁਤਾਬਕ ਪ੍ਰਬੰਧ ਹੁੰਦਾ ਸੀ, ਉਹ ਕਰ ਲਿੱਤਾ ਜਾਂਦਾ ਸੀ। ਉਹਦੇ ਵਿੱਚ ਦੇਰੀ ਨਹੀਂ ਸੀ ਕੀਤੀ ਜਾਂਦੀ। ਦੇਰੀ ਇਸ ਲਈ ਨਹੀਂ ਸੀ ਕੀਤੀ ਜਾਂਦੀ ਕਿਉਂਕਿ ਜਿੰਨਾ ਸਮਾਂ ਮ੍ਰਿਤਕ ਸਰੀਰ ਨੂੰ ਰੱਖਾਂਗੇ, ਉਹਨਾਂ ਵਧੇਰੇ ਸਮਾਂ, ਜਿੰਨਾ ਵਧੇਰੇ ਸਮਾਂ ਰੱਖਿਆ ਜਾਏਗਾ, ਉਹਨਾਂ ਹੀ ਉਹ ਸਰੀਰ ਜਿਹੜਾ ਹੈ ਉਹ ਮਤਲਬ ਉਸ ਦੇ ਵਿੱਚ ਕਈ ਪ੍ਰਕਾਰ ਦੇ ਜੀਵਾਣੂ ਪੈਦਾ ਹੁੰਦੇ ਜਾਣਗੇ ਔਰ ਉਹ ਸਰੀਰ ਖਤਮ ਹੁੰਦਾ ਜਾਏਗਾ, ਅੰਦਰ ਹੀ ਅੰਦਰ ਸੜਦਾ ਜਾਏਗਾ। ਸੋ ਉਸ ਨੂੰ ਰੱਖਣ ਦਾ ਕੋਈ ਫਾਇਦਾ ਨਹੀਂ ਹੈ। ਬਿਮਾਰੀਆਂ ਫੈਲਣ ਦਾ ਵੀ ਖਤਰਾ ਹੋ ਜਾਇਆ ਕਰਦਾ ਹੁੰਦਾ ਹੈ। ਇਸ ਲਈ ਉਹਨਾਂ ਸਮਿਆਂ ਦੇ ਵਿੱਚ ਬੜੀ ਛੇਤੀ ਸੰਸਕਾਰ ਕਰ ਦਿੱਤਾ ਜਾਂਦਾ ਸੀ। ਜੇ ਕੋਈ ਭੈਣ ਭਾਈ ਟਾਈਮ 'ਤੇ ਆ ਪਾਉਂਦਾ ਤਾਂ ਠੀਕ, ਜੇ ਕੋਈ ਨਹੀਂ ਵੀ ਸੀ ਆ ਪਾਉਂਦਾ ਤਾਂ ਬਹੁਤੀ ਦੇਰ ਉਡੀਕ ਨਹੀਂ ਸੀ ਕੀਤੀ ਜਾਂਦੀ ਤੇ ਇਹ ਆਖਿਆ ਜਾਂਦਾ ਸੀ ਵੀ ਇਸ ਤੋਂ ਪਹਿਲਾਂ ਸਰੀਰ ਖਰਾਬ ਹੋਣਾ ਸ਼ੁਰੂ ਹੋ ਜਾਏ, ਇਸ ਦਾ ਅੰਤਮ ਕਿਰਿਆ ਕਰਮ ਕਰ ਦਿੱਤਾ ਜਾਏ। ਉਹਨਾਂ ਸਮਿਆਂ ਦੇ ਵਿੱਚ ਜਿਸ ਵੇਲੇ ਗੁਰੂ ਸਾਹਿਬ ਇਹ ਗੱਲ ਲਿਖ ਰਹੇ ਨੇ। ਪਰ ਅੱਜ ਦੇ ਸਮੇਂ ਸਾਇੰਸ ਨੇ ਸਾਧਨ ਬਣਾ ਲਏ ਨੇ, ਉਪਕਰਨ ਉੱਦਾਂ ਦੇ ਬਣ ਚੁੱਕੇ ਹੈਗੇ ਨੇ। ਇਸ ਲਈ ਅੱਜ ਦੇ ਸਮੇਂ ਸਰੀਰ ਨੂੰ ਕੁਝ ਸਮੇਂ ਲਈ, ਕੁਝ ਦਿਨਾਂ ਲਈ ਸੰਭਾਲਿਆ ਜਾ ਸਕਦਾ ਹੈ। ਆਦ ਘਰੀ ਕੋਊ ਨਹ ਰਾਖੈ, ਘਰ ਤੇ ਦੇਤ ਨਿਕਾਰ। ਸੋ ਭਾਈ ਨਿਕਾਲਣਾ ਉਹਨਾਂ ਦੀ ਮਜਬੂਰੀ ਨਹੀਂ ਹੁੰਦਾ, ਜਿਉਂਦਿਆਂ ਨੂੰ ਕੋਈ ਥੋੜ੍ਹੀ ਕੱਢਿਆ ਕਰਦਾ ਆ। ਇਹ ਤੇ ਸਾਡੇ ਸੰਸਾਰ ਦਾ ਇੱਕ ਵਿਧੀ ਵਿਧਾਨ ਆ। ਗੁਰੂ ਸਾਹਿਬ ਨੇ ਉਹ ਵਿਧੀ ਵਿਧਾਨ ਸਾਡੇ ਸਾਹਮਣੇ ਰੱਖਿਆ ਹੈ ਵੀ ਮੁੜ ਕੇ ਜਿਸ ਘਰ ਦੇ ਵਿੱਚ ਤੂੰ ਰਹਿਣਾ ਆ, ਜਿਸ ਘਰ ਦੇ ਲਈ ਤੂੰ ਜਿਉਣਾ ਆ, ਜਿਹਦੇ ਲਈ ਤੂੰ ਕਮਾਈ ਕਰਦਾ ਆ, ਜਿਸ ਪਰਿਵਾਰ ਦੇ ਲਈ ਤੂੰ ਓਵਰ ਟਾਈਮ ਲਾਉਣਾ, ਤੂੰ ਦੁੱਖ ਸੁੱਖ ਸਹਾਰਦਾ ਆ ਬਾਕੀਆਂ ਨੂੰ ਖੁਸ਼ ਰੱਖਣ ਦੇ ਲਈ, ਉਹਨਾਂ ਨੇ ਫਿਰ ਮੁੜ ਕੇ ਭਾਈ ਤੇਰੇ ਸਰੀਰ ਨੂੰ
ਜਿਹੜਾ ਹੈ ਉਹ ਅਗਨ ਭੇਂਟ ਕਰ ਦੇਣਾ ਆ, ਜਾਂ ਜੋ ਵੀ ਤੁਹਾਡੀ ਮਰਿਆਦਾ ਹੈ ਉਸ ਦੇ ਮੁਤਾਬਕ ਇਸ ਨੂੰ ਸਮੇਟ ਦੇਣਾ ਆ। ਤਾਂ ਇਹਦਾ ਅਰਥ ਭਾਵ ਇਹ ਨਹੀਂ ਲੈਣਾ ਵੀ ਸਰੀਰ ਨੂੰ ਤੇ ਸਾੜ ਦੇਣਾ ਆ, ਫਿਰ ਅਸੀਂ ਟੱਬਰ ਲਈ ਕਾਹਦੇ ਵਾਸਤੇ ਮਰੀਏ, ਕਿਉਂ ਕਮਾਈਆਂ ਕਰੀਏ, ਕਿਉਂ ਔਖੇ ਹੋਈਏ। ਨਹੀਂ, ਇਹ ਤੇ ਹਕੀਕਤ ਆ ਇੱਕ। ਗੁਰੂ ਸਾਹਿਬ ਹਕੀਕਤ ਦੱਸ ਰਹੇ ਨੇ ਬਈ ਇੱਦਾਂ ਹੋਣਾ ਆ, ਤੁਸੀਂ ਕਰਨਾ ਆ, ਤੁਹਾਡੇ ਲਈ ਕਰਨਾ ਆ। ਤੁਮ ਰੋਵੋਗੇ ਉਹਨਾਂ ਨੂੰ ਤੁਮ ਕੋ ਕੌਣ ਰੋਈ। ਗੁਰਬਾਣੀ ਵਿੱਚ ਵਚਨ ਇੱਦਾਂ ਦੇ ਆਏ ਨੇ ਬਈ ਇੱਕ ਨਾ ਇੱਕ ਦਿਨ ਤੁਸੀਂ ਵੀ ਜਾਣਾ ਆ, ਹੈ ਨਾ। ਜੇ ਤੁਸੀਂ ਕਿਸੇ ਗਏ ਹੋਏ ਸਨੇਹੀ ਦੇ ਲਈ ਵਿਰਲਾਪ ਕਰ ਰਹੇ ਹੋ ਤਾਂ ਚੇਤੇ ਉੱਥੇ ਇਹ ਰੱਖਣਾ ਬਈ ਇੱਕ ਨਾ ਇੱਕ ਦਿਨ ਜਾਣਾ ਤੁਸੀਂ ਵੀ ਹੈ, ਤੇ ਫਿਰ ਤੁਹਾਡੇ ਲਈ ਵਿਰਲਾਪ ਕੌਣ ਕਰੇਗਾ। ਭਾਵ ਇਹ ਹੈ ਵੀ ਜੋ ਦੁਨੀਆ ਦੀ ਰੀਤ ਹੈ, ਸੰਸਾਰ ਦਾ ਜੋ ਆਉਣਾ ਜਾਣਾ ਬਣਿਆ ਹੋਇਆ ਹੈ, ਇਹ ਇੱਕ ਕੁਦਰਤ ਦਾ ਸਹਿਜ ਪ੍ਰਕਿਰਿਆ ਦਾ ਵਿਧਾਨ ਆ। ਇਹ ਇੱਕ ਕੁਦਰਤ ਦਾ ਅਟਲ ਨਿਯਮ ਹੈ। ਤਬਦੀਲੀ ਆ, ਬਣਤਰ ਆ। ਜੀਵ ਆ ਰਹੇ ਨੇ, ਜਾ ਰਹੇ ਨੇ, ਨਵੇਂ ਆ ਰਹੇ ਨੇ, ਪੁਰਾਣੇ ਜਾ ਰਹੇ ਨੇ। ਨਵੀਆਂ ਕੁਰੰਬਲਾਂ ਫੁੱਟ ਰਹੀਆਂ ਨੇ, ਪੁਰਾਣੇ ਪੱਤੇ ਝੜਦੇ ਨੇ, ਖਾਕ ਹੋ ਜਾਂਦੇ ਨੇ। ਸੋ ਇਹਦਾ ਨਵੇਂ ਦਰਖਤ ਉੱਗਦੇ ਆ ਤੇ ਪੁਰਾਣੇ ਸੁੱਕ ਜਾਂਦੇ ਆ। ਇੱਦਾਂ ਸੰਸਾਰ ਵਿੱਚ ਜੀਵ ਆਉਂਦੇ ਆ ਤੇ ਜਿਹੜੇ ਵੱਡੇ ਸਰੀਰ ਨੇ ਉਹ ਖਤਮ ਹੁੰਦੇ ਜਾ ਰਹੇ ਨੇ। ਇਹ ਤੇ ਇੱਕ ਚੱਕਰ ਆ, ਇੱਕ ਸਾਈਕਲ ਆ ਜੋ ਚੱਲਦਾ, ਇੱਕ ਚੇਨ ਆ। ਇਹ ਇੱਦਾਂ ਹੀ ਚੱਲ ਰਹੀ ਆ ਸ਼ੁਰੂ ਤੋਂ, ਇੱਦਾਂ ਹੀ ਇਹਨੇ ਚੱਲਦੇ ਰਹਿਣਾ ਆ। ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤਾਂ ਚਲਤ ਭਇਆ। ਇਹ ਤਾਂ ਭਾਈ ਲੰਮੇ ਸਮੇਂ ਦਾ ਚਲਤ ਇੱਥੇ ਚੱਲਦਾ ਆ ਰਿਹਾ ਹੈ। ਇਸ ਲਈ ਤੁਸੀਂ ਇਹ ਵੇਖੋ ਬਈ ਕੌਣ ਮੂਆ ਰੇ ਕੌਣ ਮੂਆ, ਅਸਲੋਂ ਕੌਣ ਮਰਿਆ ਹੈ, ਅੰਤਰ ਆਤਮੇ ਕੌਣ ਮਰਿਆ ਹੈ। ਸਰੀਰ ਦੀ ਮੌਤ ਤੇ ਸਾਰਿਆਂ ਦੀ ਇਹ ਹੋਣੀ ਆ, ਇਹ ਤੇ ਕੋਈ ਵੱਖਰੀ ਗੱਲ ਨਹੀਂ ਆ। ਪਰ ਵੱਖਰੀ ਗੱਲ ਤੇ ਉਹ ਆ ਵੀ ਸਰੀਰ ਦੇ ਜਿਉਂਦਿਆਂ ਮੌਤ ਕਿਹਨਾਂ ਦੀ ਹੋਈ ਆ, ਅੰਦਰੋਂ ਕੌਣ ਮਰ ਚੁੱਕੇ ਹੋਏ ਨੇ। ਸੋ ਖੈਰ, ਆਦਿ ਘਰੀ ਕੋਊ ਨਹ ਰਾਖੈ ਘਰ ਤੇ ਦੇਤ ਨਿਕਾਰ। ਕਹਿਣ ਤੋਂ ਭਾਵ ਗੁਰੂ ਸਾਹਿਬ ਸਾਨੂੰ ਇਹ ਸਮਝਾ ਰਹੇ ਨੇ ਬਈ ਅੰਤ ਨੂੰ ਭਾਈ ਸਰੀਰ ਦਾ ਕਿਰਿਆ ਕਰਮ ਉਹ ਹੋ ਜਾਣਾ ਆ। ਮ੍ਰਿਗ ਤ੍ਰਿਸ਼ਨਾ ਜਿਉ ਜਗ ਰਚਨਾ ਯਹ ਦੇਖੋ ਹਿਰਦੈ ਵਿਚਾਰ। ਜਿਵੇਂ ਮ੍ਰਿਗ ਤ੍ਰਿਸ਼ਨਾ ਹੁੰਦੀ ਆ, ਮ੍ਰਿਗ ਕਹੀਏ ਹਿਰਨ, ਤ੍ਰਿਸ਼ਨਾ ਕਹੀਏ ਉਹਦੀ ਤ੍ਰੇ। ਕਹਿੰਦੇ ਆ ਬਈ ਹਿਰਨ ਆ ਨਾ, ਜਿਹੜਾ ਹਿਰਨ ਗਰਮੀਆਂ 'ਚ ਤਾਂ ਵੈਸੇ ਸਾਰਿਆਂ ਨੂੰ ਤ੍ਰੇ ਬਹੁਤ ਜ਼ਿਆਦਾ ਲੱਗਦੀ, ਪਿਆਸ ਬੜੀ ਜ਼ਿਆਦਾ ਲੱਗਦੀ। ਹਿਰਨ ਨੂੰ ਪਿਆਸ ਜਦੋਂ ਲੱਗਦੀ ਆ, ਹਿਰਨ ਦੀ ਦੌੜ ਬਹੁਤ ਜ਼ਿਆਦਾ ਹੁੰਦੀ। ਕਈ ਵਾਰੀ ਝੁੰਡ ਤੋਂ ਵੱਖ ਹੋਇਆ ਹਿਰਨ ਰੇਤਲੇ ਇਲਾਕਿਆਂ ਵਿੱਚ ਨਿਕਲ ਜਾਂਦਾ, ਤੇ ਰੇਤਲੇ ਇਲਾਕਿਆਂ ਵਿੱਚ ਜਦੋਂ ਉਹਨੂੰ ਪਿਆਸ ਲੱਗਦੀ ਆ ਨਾ, ਫਿਰ ਉੱਥੇ ਗਰਮੀ ਦੇ ਨਾਲ ਜਦੋਂ ਰੌਸ਼ਨੀ ਧਰਤੀ 'ਤੇ ਪੈਂਦੀ ਹੈ ਤੇ ਧਰਤੀ ਤੋਂ ਵਾਪਸ ਉਤਾਂਹ ਨੂੰ ਉੱਠਦੀ ਆ, ਤੇ ਜਿਹੜੀ ਹਵਾ ਹੁੰਦੀ ਆ ਨਾ ਉਹ ਐਨ ਗਰਮ ਹੋ ਜਾਂਦੀ ਆ। ਤੇ ਗਰਮ ਹੋਈ ਹਵਾ ਦਾ ਝਲਕਾਰਾ ਦੂਰੋਂ ਇਉਂ ਪੈਂਦਾ ਆ ਵੀ ਉੱਥੇ ਪਾਣੀ ਹੋਏਗਾ। ਸੜਕਾਂ 'ਤੇ ਤੁਸੀਂ ਮਹਿਸੂਸ ਕੀਤਾ ਹੋਣਾ, ਅੱਜ ਕੱਲ੍ਹ ਹੁਣ ਜਿਹੜਾ ਜੇਠ ਹਾੜ੍ਹ ਦੇ ਦਿਨ ਨੇ, ਇਹਨਾਂ ਦਿਨਾਂ ਦੇ ਵਿੱਚ ਤੁਸੀਂ ਸੜਕ ਦੇ ਉੱਪਰ ਜਾਂਦੇ ਹੋ ਤਾਂ ਇੱਕ ਪ੍ਰੈਕਟੀਕਲ ਕਰਕੇ ਵੇਖਿਓ, ਦੂਰ ਤੁਹਾਨੂੰ ਇੱਦਾਂ ਜਾਪੇਗਾ ਵੀ ਜਿੱਦਾਂ ਸੜਕ ਦੇ ਉੱਪਰ ਪਾਣੀ ਹੋਵੇ। ਦਰਅਸਲ ਕੀ ਹੁੰਦਾ, ਉਹ ਟ੍ਰੈਫਿਕ ਲੰਘਣ ਦੇ ਨਾਲ ਗਰਮ ਹੋ ਚੁੱਕੀ ਹੁੰਦੀ ਹੈ ਸੜਕ, ਹਵਾ, ਤੇ ਉਹਦਾ ਝਲਕਾਰਾ ਇੱਦਾਂ ਦਾ ਬਣ ਜਾਂਦਾ ਵੀ ਸਾਨੂੰ ਪਾਣੀ ਮਹਿਸੂਸ ਹੁੰਦਾ ਆ, ਪ੍ਰਤੀਤ ਹੁੰਦਾ ਹੈ। ਦਰਅਸਲ ਹੁੰਦਾ ਨਹੀਂ ਆ, ਉਹ ਸਿਰਫ ਸਾਡੀ ਇੱਕ ਅੱਖ ਦਾ ਭੁਲੇਖਾ ਹੁੰਦਾ ਹੈ, ਕਿਉਂਕਿ ਆਪਾਂ ਇਨਸਾਨ ਆ, ਆਪਣੇ ਕੋਲ ਦਿਮਾਗ ਆ, ਸਮਝ ਆ, ਤੇ ਆਪਾਂ ਸਮਝ ਲੈਂਦੇ ਹਾਂ ਵੀ ਇਹ ਪਾਣੀ ਨਹੀਂ ਹੈ, ਤੇ ਸਾਡੀ ਅੱਖ ਦਾ ਭੁਲੇਖਾ ਆ। ਪਰ ਹਿਰਨ ਹੈ ਵਿਚਾਰਾ ਮ੍ਰਿਗ, ਉਹਦੇ ਕੋਲ ਇੰਨਾ ਸ਼ਕਤੀਸ਼ਾਲੀ ਮਨ ਹੈ ਨਹੀਂ ਆ, ਤੇ ਉਹ ਭੁਲੇਖੇ ਨੂੰ ਸੱਚ ਮੰਨ ਬੈਠਦਾ। ਤੇ ਸੱਚ ਮੰਨ ਬੈਠ ਕੇ ਉਹਨੂੰ ਇਉਂ ਹੁੰਦਾ ਹੈ ਵੀ ਉੱਥੇ ਪਾਣੀ ਹੋਏਗਾ, ਦੂਰ ਦੌੜ ਕੇ ਜਾਂਦਾ, ਉੱਥੇ ਕੁਛ ਨਹੀਂ ਹੁੰਦਾ। ਤੇ ਫਿਰ ਅੱਗੇ ਝਾਕਦਾ, ਉਹਨੂੰ ਫਿਰ ਅੱਗੇ ਪ੍ਰਤੀਤ ਹੁੰਦਾ, ਦੌੜ ਕੇ ਉੱਥੇ ਜਾਂਦਾ, ਉੱਥੇ ਵੀ ਕੁਛ ਨਹੀਂ ਹੁੰਦਾ। ਇੱਦਾਂ ਹੀ ਦੌੜ ਭੱਜ ਵਿੱਚ ਹਿਰਨ ਦੇ ਪਿਆਸ ਨਾਲ ਪ੍ਰਾਣ ਨਿਕਲ ਜਾਂਦੇ ਆ, ਪਾਣੀ ਉਸ ਨੂੰ ਮਿਲਦਾ ਨਹੀਂ, ਤੇ ਦੌੜ ਭੱਜ ਨਾਲ ਸਰੀਰ ਉਸਦਾ ਬੇਕਾਰ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਮ੍ਰਿਗ ਤ੍ਰਿਸ਼ਨਾ ਜਿਉਂ ਜਗ ਰਚਨਾ ਯਹ। ਬਿਲਕੁਲ ਹਿਰਨ ਦੀ ਦੌੜ ਭੱਜ ਵਾਂਗ ਬਹੁਤੇ ਲੋਕਾਂ ਦੀ ਜ਼ਿੰਦਗੀ ਦੌੜ ਭੱਜ ਵਿੱਚ ਗੁਜ਼ਰ ਰਹੀ ਆ, ਤੇ ਉਹ ਦੌੜ ਭੱਜ ਕਰ ਰਹੇ ਨੇ ਵੀ ਇੱਥੋਂ ਵੀ ਕੁਝ ਮਿਲ ਜਾਏ, ਇੱਥੋਂ ਵੀ ਕੁਝ ਮਿਲ ਜਾਏ, ਸੁੱਖ ਸ਼ਾਂਤੀ ਉਹ ਬਾਹਰੋਂ ਲੱਭਣ ਦੀ ਕੋਸ਼ਿਸ਼ ਕਰਦੇ ਨੇ। ਦਰਅਸਲ ਸੁੱਖ ਦਾ ਟਿਕਾ ਤੁਹਾਡੇ ਆਪਣੇ ਅੰਦਰ ਹੈ। ਸੋ ਤੁਮ ਹੀ ਮੈਂ ਬਸੈ ਨਿਰੰਤਰ ਨਾਨਕ ਦਰਪਣ ਨਿਆਈ। ਪਰਮੇਸ਼ਰ ਵਾਹਿਗੁਰੂ ਜੀ ਉਹ ਸਾਡੇ ਆਪਣੇ ਅੰਦਰ ਵਸਦੇ ਪਏ ਨੇ, ਸੁੱਖ ਦੁੱਖ ਰਹਿਤ ਸਦਾ ਨਿਰਲੇਪੀ, ਜਾ ਕੋ ਕਹਿਤ ਗੁਸਾਈ ਸੋ ਤੁਮ ਹੀ ਮੈਂ ਬਸੈ ਨਿਰੰਤਰ ਨਾਨਕ ਦਰਪਣ ਨਿਆਈ। ਆਨੰਦ ਸਰੂਪ ਪਰਮੇਸ਼ਰ ਖੇੜਾ ਉਹ ਸਾਡੇ ਆਪਣੇ ਅੰਦਰ ਪਿਆ ਹੋਇਆ ਹੈ। ਉਸ ਦੀ ਪ੍ਰਾਪਤੀ ਅਸੀਂ ਆਪਣੇ ਅੰਦਰੋਂ ਕਰਨੀ ਹੈ, ਆਪਣੇ ਘੱਟ ਭੀਤਰ ਤੋਂ ਅਸੀਂ ਉਸ ਦੀ ਪ੍ਰਾਪਤੀ ਕਰਨੀ ਹੈ। ਜਦੋਂ ਅਸੀਂ ਉਸ ਦੀ ਪ੍ਰਾਪਤੀ ਬਾਹਰੋਂ ਲੱਭਦੇ ਹਾਂ, ਗੁਰੂ ਸਾਹਿਬ ਕਹਿੰਦੇ ਬਾਹਰ ਟੋਲੈ ਸੋ ਭਰਮ ਭੁਲਾਹੀ, ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੈ ਸੋ ਭਰਮ ਭੁਲਾਹੀ। ਜਿਹੜਾ ਬਾਹਰ ਟੋਲਦਾ ਹੈ ਉਹ ਤੇ ਭਰਮਾਂ ਵਿੱਚ ਭੁੱਲਿਆ ਹੋਇਆ ਹੈ।
ਹਿਰਨ ਵਿਚਾਰਾ ਪਾਣੀ ਟੋਲਦਾ ਟੋਲਦਾ ਥੱਕ ਜਾਂਦਾ ਹੈ ਨਾ, ਤੇ ਫਿਰ ਪਿਆਸ ਨਾਲ ਉਸਦੇ ਪ੍ਰਾਣ ਨਿਕਲ ਜਾਂਦੇ, ਉਸ ਨੂੰ ਮਿਲਦਾ ਕੁਝ ਨਹੀਂ। ਇੱਦਾਂ ਹੀ ਬੜੇ ਲੋਕਾਂ ਦੀ ਜ਼ਿੰਦਗੀ ਬਾਹਰੋਂ ਸੁੱਖ ਲੱਭਦਿਆਂ ਦੀ ਮੁੱਕ ਜਾਂਦੀ ਆ। ਉਹ ਕਦੀ ਜਾਂਦੇ ਆ ਵੀ ਇਸ ਅਸਥਾਨ 'ਤੇ ਚਲੇ ਜਾਈਏ, ਇੱਥੇ ਨਹਾ ਆਈਏ, ਇੱਥੇ 5 ਵਾਰ ਜਾ ਆਈਏ, ਇੱਥੇ 10 ਵਾਰ ਜਾਏ, ਉੱਥੇ ਚੁਬਕੀ ਲਾ ਆਈਏ, ਉੱਥੇ ਚੌਂਕੀ ਭਰੇ ਆਈਏ, ਉੱਥੇ ਇੱਦਾਂ ਕਰ ਲਈਏ, ਇੱਦਾਂ ਕਰ ਲਈਏ। ਇੱਦਾਂ ਹੀ ਮ੍ਰਿਗ ਤ੍ਰਿਸ਼ਨਾ ਦੇ ਵਾਂਗ, ਹਿਰਨ ਦੀ ਪਿਆਸ ਦੇ ਵਾਂਗ ਉਹ ਵੀ ਵਿਚਾਰੇ ਦੌੜ ਭੱਜ ਵਿੱਚ ਰਹਿੰਦੇ ਆ। ਨਾ ਤੇ ਉਹਨਾਂ ਦੇ ਮਨ ਨੂੰ ਟਿਕਾ ਮਿਲਦਾ, ਨਾ ਅੰਤਰ ਆਤਮੇ ਨੂੰ ਸ਼ਾਂਤੀ ਮਿਲਦੀ ਆ। ਬਸ ਦੌੜ ਭੱਜ ਦੇ ਵਿੱਚ ਜ਼ਿੰਦਗੀ ਲੰਘ ਜਾਂਦੀ ਆ। ਉਦੋਂ ਹੀ ਪਤਾ ਚੱਲਦਾ ਜਦੋਂ ਅੰਤਲਾ ਸਮਾਂ ਆ ਜਾਂਦਾ ਆ, ਤੇ ਅੰਤਲੇ ਸਮੇਂ ਤੱਕ ਉਹਨਾਂ ਦੇ ਪੱਲੇ ਆਤਮਿਕ ਆਨੰਦ ਨਾਂ ਦੀ ਕੋਈ ਚੀਜ਼, ਖੇੜੇ ਨਾਂ ਦੀ ਕੋਈ ਚੀਜ਼, ਸਤੀਵੀ ਟਿਕਾ ਨਾਂ ਦੀ ਕੋਈ ਚੀਜ਼, ਸੱਚੀ ਸਮਝ ਨਾਂ ਦੀ ਕੋਈ ਚੀਜ਼, ਸੱਚੇ ਗਿਆਨ ਨਾਂ ਦੀ ਕੋਈ ਚੀਜ਼ ਉਹਨਾਂ ਦੇ ਪੱਲੇ ਨਹੀਂ ਹੁੰਦੀ। ਤੇ ਇੱਦਾਂ ਹੀ ਜ਼ਿੰਦਗੀ ਤੋਂ ਉਹ ਹੱਥ ਧੋ ਕੇ ਜਿਹੜਾ ਹੈ ਚੱਲ ਜਾਂਦੇ ਹਨ। ਕਹੋ ਨਾਨਕ ਰਾਮ ਨਾਮ ਭਜ, ਰਾਮ ਨਾਮ ਨਿਤ ਜਾਤੇ ਹੋਤ ਉਧਾਰ। ਕਹੋ ਨਾਨਕ ਭਜ ਰਾਮ ਨਾਮ ਨਿਤ। ਹੁਣ ਇੱਥੋਂ ਗੁਰੂ ਸਾਹਿਬ ਕਹਿਣ ਲੱਗੇ, ਨਾਨਕ ਜੀ ਮਹਾਰਾਜ ਕਹਿਣ ਲੱਗੇ, ਭਜ ਰਾਮ ਨਾਮ ਨਿਤ। ਤੂੰ ਨਿਤ ਪਰਮੇਸ਼ਰ ਦੇ ਨਾਮ ਨੂੰ ਭਜਿਆ ਕਰ, ਸਿਮਰਿਆ ਕਰ। ਜਾਤੇ ਹੋਤ ਉਧਾਰ, ਉਸ ਦੇ ਨਾਲ ਹੀ ਤੇਰਾ ਉਧਾਰ ਹੋਏਗਾ। ਤੇਰਾ ਭਾਈ ਜਿਹੜਾ ਹੈ ਉਹ ਤੇਰੀ ਮੁਕਤੀ ਹੋਏਗੀ, ਤੇਰੀ ਅਵਸਥਾ ਉੱਚੀ ਹੋਏਗੀ, ਤੇਰੀ ਗਤੀ ਹੋਏਗੀ। ਗਤੀ ਬਾਹਰ ਨਹੀਂ ਹੋਣੀ ਬਈ ਬਾਹਰ ਮੈਂ ਕਿਸੇ ਹੋਰ ਥਾਂ 'ਤੇ ਜਾ ਕੇ ਮੁਕਤੀ ਦੀ ਪ੍ਰਾਪਤੀ ਕਰ ਲਵਾਂ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਝੰਜਟ ਹੀ ਮੁਕਾ ਦਿੱਤਾ। ਇੱਕੋ ਹੀ ਤੁਕ ਬਾਣੀ 'ਚ ਲਿਖੀ। ਪਾਤਸ਼ਾਹ ਕਹਿਣ ਲੱਗੇ, ਜੇ ਕੋ ਗੁਰ ਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਵਿਵੇਕਵਾਨਾਂ ਨੂੰ ਜਾ ਕਰਕੇ ਪੁੱਛ ਲਓ, ਪਾਵੈ ਮੁਕਤ ਨਾ ਹੋਰ ਥੈ ਕੋਈ। ਹੋਰ ਥੈਂ ਦੇ ਉੱਪਰ ਕਿਸੇ ਨੂੰ ਮੁਕਤੀ ਦੀ ਪ੍ਰਾਪਤੀ ਨਹੀਂ ਹੋਣੀ ਹੈ। ਇਸ ਲਈ ਸਾਧ ਸੰਗਤ, ਭਜ ਰਾਮ ਨਾਮ ਨਿਤ। ਅਸੀਂ ਰਾਮ ਨਾਮ ਨੂੰ ਭਜੀਏ। ਇੱਥੇ ਹੁਣ ਰਾਮ ਨਾਮ ਦਾ ਅਰਥ ਰਾਮਚੰਦਰ ਦਾ ਨਾਮ ਨਹੀਂ ਹੈ। ਇੱਥੇ ਰਾਮ ਨਾਮ ਦਾ ਅਰਥ ਕੋਈ ਮੰਤਰ ਨਹੀਂ ਹੈ। ਇੱਥੇ ਰਾਮ ਨਾਮ ਦਾ ਅਰਥ ਕੋਈ ਯੂਨੀਕ ਇੱਕੋ ਹੀ ਸ਼ਬਦ ਨਹੀਂ ਹੈ ਜਿਸ ਨੂੰ ਬਾਰ-ਬਾਰ ਰਿਪੀਟ ਕਰਕੇ ਤੁਹਾਨੂੰ ਮੁਕਤੀ ਮਿਲ ਜਾਏਗੀ। ਇੱਥੇ ਰਾਮ ਨਾਮ ਦਾ ਅਰਥ ਹੈਗਾ ਰਾਮ ਰਮਿਆ ਹੋਇਆ ਪਰਮੇਸ਼ਰ। ਨਾਮ ਉਸ ਵਾਹਿਗੁਰੂ ਜੀ ਦੇ ਵਿੱਚ ਵਿਸ਼ਵਾਸ ਹੋਣਾ ਤੁਹਾਡਾ, ਉਸ ਦੀ ਸਰਬ ਵਿਆਪਕਤਾ ਦਾ ਅਹਿਸਾਸ ਹੋਣਾ, ਅੰਤਰ ਆਤਮੇ ਨੂੰ ਉਸ ਦੀ ਸਰਬ ਵਿਆਪਕਤਾ ਦੀ ਸਮਝ ਹੋਣੀ, ਪਤਾ ਹੋਣਾ। ਤੇ ਘੱਟ ਘੱਟ ਰਾਮ ਪਛਾਨਾ ਰੇ, ਇਹਦਾ ਪਤਾ ਹੋਣਾ ਸਾਨੂੰ। ਅਸੀਂ ਘੱਟ ਘੱਟ ਵਿੱਚ ਵਸਦੇ ਹੋਏ ਰਮਈਆ ਨੂੰ ਜਾਣਦੇ ਹੋਈਏ, ਘੱਟ ਘੱਟ ਵਿੱਚ ਵਸਦੇ ਹੋਏ ਰਾਮ ਨੂੰ ਅਸੀਂ ਜਾਣਦੇ ਹੋਈਏ। ਅਸੀਂ ਹਰ ਇੱਕ ਇਨਸਾਨ ਵਿੱਚੋਂ ਭਗਵਾਨ ਦੀ ਜੋਤ ਵੇਖੀਏ, ਪ੍ਰਕਿਰਤੀ ਦੇ ਜ਼ਰਰੇ ਜ਼ਰਰੇ ਨੂੰ ਪਰਮੇਸ਼ਰ ਦਾ ਹੀ ਰੂਪ ਜਾਣੀਏ। ਜਦੋਂ ਅਸੀਂ ਇੱਦਾਂ ਕੁੱਲ ਕਾਇਨਾਤ ਨੂੰ ਪਰਮੇਸ਼ਰ ਦਾ ਰੂਪ ਜਾਣਾਂਗੇ, ਕੁੱਲ ਮਨੁੱਖਤਾ ਨੂੰ ਪਰਮੇਸ਼ਰ ਦਾ ਰੂਪ ਜਾਣਾਂਗੇ, ਪ੍ਰਕਿਰਤੀ ਦੇ ਇੱਕ ਇੱਕ ਜ਼ਰਰੇ ਨੂੰ ਰੱਬ ਦਾ ਹੀ ਰੂਪ ਜਾਣਾਂਗੇ, ਰੱਬ ਦਾ ਹੀ ਪਸਾਰਾ, ਰੱਬ ਦਾ ਹੀ ਫੈਲਾ ਜਾਣਾਂਗੇ, ਤਾਂ ਭਾਈ ਸਾਡਾ ਜਿਉਣਾ, ਸਾਡਾ ਕਰਮ, ਸਾਡਾ ਵੇਖਣਾ, ਸਾਡਾ ਬੋਲਣਾ, ਉਹ ਸਭ ਗੁਰਬਾਣੀ ਦੇ ਅਨੁਸਾਰ ਹੋ ਜਾਏਗਾ। ਸੋ ਇਵੇਂ ਇਸ ਸ਼ਬਦ ਵਿੱਚੋਂ ਗੁਰੂ ਸਾਹਿਬ ਜੀ ਨੇ ਸਮਝਾਇਆ ਹੈ ਬਈ ਜਗਤ ਦੁਨੀਆ 'ਤੇ ਜਿਉਂਦੇ ਲੋਕਾਂ ਦਾ ਵਿਵਹਾਰ ਹੈ। ਇੱਥੇ ਤੇ ਜਿਉਂਦੇ ਲੋਕਾਂ ਦਾ ਹੀ ਵਿਵਹਾਰ ਆ। ਸਰੀਰ ਕਰਕੇ ਮਰਨ ਤੋਂ ਪਿੱਛੋਂ ਜੋ ਜੋ ਸੰਸਾਰ ਵਿੱਚ ਵਾਪਰਦਾ ਉਹ ਬੜੇ ਆਪਾਂ ਕਹਿ ਲਈਏ ਵਿਸਥਾਰ ਦੇ ਨਾਲ ਆਪਾਂ ਸਮਝ ਲਿਆ ਵਾ। ਉਸ ਦੇ ਵਿੱਚ ਆਪਾਂ ਕਿਸੇ ਪ੍ਰਕਾਰ ਦੀ ਕੋਈ ਸੰਖੇਪਤਾ ਨਹੀਂ ਕੀਤੀ ਹੋਈ ਆ। ਵਿਸਥਾਰ ਦੇ ਨਾਲ ਜੋ ਵਾਪਰਨਾ ਉਹ ਸਮਝ ਲਿਆ ਹੈ। ਪਰ ਜੀਵਤ ਕੋ ਵਿਵਹਾਰ ਦਾ ਅਰਥ ਕੇਵਲ ਸਰੀਰਕ ਪੱਖ ਤੋਂ ਜੀਵਤ ਹੀ ਨਹੀਂ ਲੈਣਾ, ਅਸੀਂ ਆਤਮਿਕ ਪੱਖ ਤੋਂ ਜੀਵਤ ਵੀ ਲੈਣਾ ਆ, ਮਨ ਦੇ ਪੱਖ ਤੋਂ ਜੀਵਤ ਵੀ ਲੈਣਾ ਆ। ਅਸੀਂ ਮਨ ਦੇ ਤਲ ਉੱਪਰ ਵੀ ਜੀਵਤ ਅਰਥ ਲੈ ਕੇ ਚੱਲਣਾ ਆ, ਵੀ ਮਨ ਦੇ ਤਲ 'ਤੇ ਵੀ ਅਸੀਂ ਜਿਉਂਦੇ ਹੋਈਏ। ਇਹ ਨਾ ਹੋਵੇ ਅਸੀਂ ਮਨ ਦੇ ਤਲ ਤੋਂ ਅੰਦਰਲੇ ਪੱਖ ਤੋਂ ਅਸੀਂ ਮਰੇ ਹੀ ਪਏ ਹੋਈਏ। ਕਿਉਂਕਿ ਅਗਲੇ ਸ਼ਬਦ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇਹੋ ਗੱਲ ਸਪਸ਼ਟ ਕੀਤੀ ਹੋਈ ਹੈ। ਅਗਲੇ ਸ਼ਬਦ ਦਾ ਆਪਣਾ ਇੱਕ ਸੁਤੰਤਰ ਵਿਸ਼ਾ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਇਹ ਆਪਾਂ ਅਗਲੇ ਹਿੱਸੇ ਵਿੱਚ ਸਮਝਾਂਗੇ। ਇਹ ਵੀ ਬੜਾ ਜਿਹੜਾ ਹੈ ਸ਼ਬਦ ਟਿਕਾ ਨਾਲ ਸਮਝਣ ਵਾਲਾ ਹੈ। ਇਹਦੇ ਓਪਰੇ ਓਪਰੇ ਅਰਥ ਜਿਵੇਂ ਕਥਾਕਾਰਾਂ ਵੱਲੋਂ, ਰਾਗੀ ਸਿੰਘਾਂ ਵੱਲੋਂ ਆਮ ਤੌਰ 'ਤੇ ਭੋਗਾਂ ਦੇ ਉੱਪਰ ਕੀਤੇ ਜਾਂਦੇ, ਕੇਵਲ ਮਾਤਰ ਇਹਦੇ ਅਰਥ ਉਹੀ ਨਹੀਂ ਨੇ।
ਇਹਦੇ ਹੋਰ ਵੀ ਬੜੇ ਗਹਿਰੇ ਅਰਥ ਨੇ ਜਿਨ੍ਹਾਂ ਨੂੰ ਸਾਨੂੰ ਸਮਝਣ ਦੀ ਲੋੜ ਹੈ, ਵਿਚਾਰ ਦੀ ਲੋੜ ਹੈ। ਹਾਂ, ਜਦੋਂ ਥੋੜ੍ਹੀ ਜਿਹੀ ਤੇਖਣ ਬੁੱਧੀ ਨਾਲ ਅਸੀਂ ਸਮਝਾਂਗੇ, ਸੌਖਾ ਸਮਝ ਆ ਜਾਏਗਾ। ਪਰ ਜਦੋਂ ਅਸੀਂ ਓਪਰੀ ਨਿਗਾਹ ਨਾਲ ਜ਼ੋਰ ਲਾਵਾਂਗੇ, ਹੋ ਸਕਦਾ ਬਹੁਤਾ ਜ਼ੋਰ ਲਾਉਣ ਤੋਂ ਬਾਅਦ ਵੀ ਸਾਨੂੰ ਸਮਝ ਨਾ ਪਵੇ। ਇਸ ਲਈ ਆਰੰਭ ਦੇ ਪਹਿਲੇ ਹਿੱਸੇ ਵਿੱਚ ਮੈਂ ਬੇਨਤੀ ਕੀਤੀ ਸੀ ਵੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਐਸੀ ਨਹੀਂ ਆ ਵੀ ਉਹਨੂੰ ਅਸੀਂ ਕੇਵਲ ਤੇ ਕੇਵਲ ਵੈਰਾਗ ਦੀ ਮੂਰਤ ਹੀ ਆਖੀ ਜਾਈਏ। ਵੈਰਾਗ ਦੀ ਮੂਰਤ ਅਸੀਂ ਤਦੇ ਆਖਾਂਗੇ ਜੇਕਰ ਧੰਨ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੇ ਵਿੱਚ ਕ੍ਰਾਂਤੀ ਨਾ ਹੁੰਦੀ। ਜੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਪਿੱਛੋਂ ਸਿੱਖ ਸਾਰੇ ਵੈਰਾਗੀ ਹੀ ਬਣੇ ਹੁੰਦੇ, ਪਰ ਇਤਿਹਾਸ ਤਾਂ ਇਹ ਕਹਿੰਦਾ ਆ ਵੀ ਵੈਰਾਗੀ ਨੂੰ ਗੁਰੂ ਤੇਗ ਬਹਾਦਰ ਜੀ ਨੇ ਯੋਧਾ ਬਣਾਇਆ। ਗੁਰੂ ਨਾਨਕ ਜੀ ਨੇ ਬੈਠੇ ਵੈਰਾਗੀ ਜਿਹੜੇ ਪਹਾੜਾਂ ਤੇ ਸਨ, ਉਹਨਾਂ ਨੂੰ ਉਠਾ ਕੇ ਜਗਤ ਵਿੱਚ ਲੈ ਕੇ ਆਂਦਾ। ਇਸ ਲਈ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸਾਨੂੰ ਕਿਸੇ ਉਦਾਸੀਨਤਾ ਦੇ ਵੱਲ, ਗਮਗੀਨਤਾ ਦੇ ਵੱਲ, ਨਿਰਾਸ਼ਾ ਦੇ ਆਲਮ ਦੇ ਵਿੱਚ ਨਹੀਂ ਲੈ ਕੇ ਜਾਂਦੀ, ਬਲਕਿ ਸਾਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਂਦੀ ਹੈ। ਸੰਸਾਰ ਦੀ ਨਾਸ਼ਵਾਨਤਾ ਹਕੀਕਤ ਰੂਪ ਦੇ ਵਿੱਚ ਸਾਡੇ ਸਾਹਮਣੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪ੍ਰਗਟ ਕਰਦੀ ਹੈ ਵੀ ਇਹ ਸੱਚ ਹੈ, ਇਹਨੇ ਹੋਣਾ ਆ, ਇਹਨੂੰ ਸਵੀਕਾਰ ਕਰ ਲੈ, ਸੌਖਾ ਰਹੇਗਾ। ਤੇ ਸਵੀਕਾਰ ਕਰਕੇ ਆਪਣੇ ਟੀਚੇ ਤੇ ਕੇਂਦਰਿਤ ਹੋ ਜਾ। ਇਸ ਤੋਂ ਪਹਿਲਾਂ ਤੈਨੂੰ ਸੱਦਾ ਪਵੇ, ਤੂੰ ਆਪਣੇ ਟੀਚੇ ਨੂੰ ਪ੍ਰਾਪਤ ਕਰ ਲਵੇਂ। ਸੋ ਇਸ ਹਿੱਸੇ ਵਿੱਚ ਇੰਨਾ ਹੀ। ਅਗਲੇ ਹਿੱਸੇ ਵਿੱਚ ਆਪਾਂ ਅਗਲਾ 13 ਨੰਬਰ ਸ਼ਬਦ ਸਮਝਾਂਗੇ। ਤਦ ਤੱਕ ਲਈ ਜੁੜੇ ਰਹੋ ਸਾਡੇ ਨਾਲ YouTube ਚੈਨਲ ਜਸਵਿੰਦਰ ਸਿੰਘ ਬਡਰੁੱਖਾਂ ਦੇ ਉੱਪਰ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ